ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ। ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, ਜਾਰੀ ਹੋਏ 82,000 ਵੀਜ਼ਾ। ਅਕਤੂਬਰ ਤੋਂ ਹੁਣ ਹਫ਼ਤੇ ਵਿੱਚ 2 ਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀ ਫਲਾਈਟ ਭਰੇਗੀ ਉਡਾਣ। ਕੈਨੇਡਾ ਵਿੱਚ ਹਵਾਈ ਮੁਸਾਫਰਾਂ ਲਈ ਲਾਗੂ ਹੋਏ ਨਵੇਂ ਨਿਯਮ। 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰੇਗਾ ਕੈਨੇਡਾ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਤੰਬਰ ਸੈਸ਼ਨ ਲਈ ਵੀਜ਼ੇ ਕੀਤੇ ਨੇ ਜਾਰੀ। ਕੈਨੇਡਾ ਵੱਲੋਂ ਜਿੱਥੇ ਵੀਜ਼ੇ ਜਾਰੀ ਕੀਤੇ ਜਾ ਰਹੇ ਨੇ, ਉੱਥੇ ਹੀ ਵੀਜ਼ੇ ਰੱਦ ਕਰਨ ਦੀ ਦਰ ਵਿੱਚ ਵਾਧਾ। ਕਾਲਜ ਯੂਨੀਵਰਸਿਟੀਜ਼ ਨੇ ਭਾਰਤੀਆਂ ਨੂੰ ਦਿੱਤਾ ਝਟਕਾ। ਕੈਨੇਡਾ 'ਚ ਪਹੁੰਚੇ 23 ਲੱਖ ਵਿਦੇਸ਼ੀਆਂ 'ਚ ਭਾਰਤੀ ਸਭ ਤੋਂ ਵੱਧ। ਕੈਨੇਡਾ ਨੇ 22 ਅਗਸਤ ਤੱਕ 3 ਲੱਖ ਪ੍ਰਵਾਸੀਆਂ ਨੂੰ ਦਿੱਤੀ PR। ਭਾਰਤੀਆਂ ਲਈ ਖੁਸ਼ਖਬਰੀ, ਆਸਟ੍ਰੇਲੀਆ ਨੇ ਨਿਵੇਸ਼ ਰਾਹੀਂ ਪ੍ਰਵਾਸ ਲਈ ਅਸਾਮੀਆਂ ਦਾ ਕੀਤਾ ਐਲਾਨ। ਮੁੜ ਖੁੱਲਿਆ ਇਟਲੀ ਦੇ ਪੇਪਰ ਜਮ੍ਹਾਂ ਕਰਨ ਵਾਲਾ BFS ਗਲੋਬਲ ਜਲੰਧਰ ਤੇ ਚੰਡੀਗੜ੍ਹ ਦਫ਼ਤਰ। ਸਵਿਟਜ਼ਰਲੈਂਡ ਪੁਲਿਸ ਨੂੰ ਡਿਲੀਵਰੀ ਵੈਨ ਵਿੱਚ ਮਿਲੇ 23 ਪ੍ਰਵਾਸੀ, ਕਈ ਭਾਰਤੀ ਵੀ ਸ਼ਾਮਲ। ਆਦਮਪੁਰ ਤੋਂ ਉਡਾਣ ਸੰਚਾਲਨ ਸ਼ੁਰੂ ਕਰ ਸਕਦੀ ਹੈ ਏਅਰ ਇੰਡੀਆ, ਇੱਕੋ ਸਮੇਂ ਉਡਾਣ ਭਰ ਸਕਣਗੇ ਕਈ ਯਾਤਰੀ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਦੇ ਸੂਬੇ ਟੈਕਸਾਸ ਦੇ ਈਗਲ ਪਾਸ ਦੇ ਨੇੜੇ ਪਿਛਲੇ ਹਫ਼ਤੇ ਦਰਜਨਾਂ ਲੋਕਾਂ ਵੱਲੋਂ ਅਮਰੀਕਾ ਵਿੱਚ ਖਤਰਨਾਕ ਕ੍ਰਾਸਿੰਗ ਦੀ ਕੋਸ਼ਿਸ਼ ਕੀਤੀ ਗਈ, ਹਰ ਵਾਰ ਦੀ ਤਰ੍ਹਾਂ। ਤੇ ਇਸ ਕੋਸ਼ਿਸ਼ ਕਰਨ ਤੋਂ ਬਾਅਦ ਰੀਓ ਗ੍ਰਾਂਡੇ ਵਿੱਚ ਘੱਟੋ-ਘੱਟ 8 ਪ੍ਰਵਾਸੀ ਮ੍ਰਿਤਕ ਪਾਏ ਗਏ। US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਤੇ ਮੈਕਸੀਕਨ ਅਧਿਕਾਰੀਆਂ ਨੇ ਵੀਰਵਾਰ ਨੂੰ ਭਾਰੀ ਬਾਰਿਸ਼ ਦੇ ਦਿਨਾਂ ਤੋਂ ਬਾਅਦ ਦਰਿਆ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਦਾਖਲ ਹੋਣ ਲਈ ਰੋਕਿਆ ਸੀ। ਅਤੇ ਜਦੋਂ ਗਸ਼ਤ ਅਧਿਕਾਰੀਆਂ ਨੇ ਖੋਜ ਕੀਤੀ ਤਾਂ US ਅਧਿਕਾਰੀਆਂ ਨੇ 6 ਲਾਸ਼ਾਂ ਬਰਾਮਦ ਕੀਤੀਆਂ, ਜਦੋਂ ਕਿ ਮੈਕਸੀਕਨ ਟੀਮ ਨੇ 2 ਬਰਾਮਦ ਕੀਤੀਆਂ। ਏਜੰਸੀ ਨੇ ਕਿਹਾ ਕਿ ਅਮਰੀਕੀ ਅਮਲੇ ਨੇ ਨਦੀ ਤੋਂ 37 ਹੋਰ ਲੋਕਾਂ ਨੂੰ ਬਚਾਇਆ ਅਤੇ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ। CBP ਨੇ ਕਿਹਾ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਅਧਿਕਾਰੀ ਕਿਸੇ ਵੀ ਸੰਭਾਵਿਤ ਪੀੜਤਾਂ ਦੀ ਭਾਲ ਜਾਰੀ ਰੱਖਦੇ ਨੇ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਪ੍ਰਵਾਸੀ ਕਿਹੜੇ-ਕਿਹੜੇ ਦੇਸ਼ਾਂ ਦੇ ਸਨ ਅਤੇ ਬਚਾਅ ਜਾਂ ਖੋਜ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀਆਂ ਦਾ ਇੰਨਾ ਜ਼ਰੂਰ ਕਹਿਣਾ ਹੈ ਕਿ ਬਾਰਡਰ ਪੈਟਰੋਲ ਦਾ ਡੇਲ ਰੀਓ ਸੈਕਟਰ, ਜਿਸ ਵਿੱਚ ਈਗਲ ਪਾਸ ਸ਼ਾਮਲ ਨੇ, ਹੁਣ ਗੈਰ ਕਾਨੂੰਨੀ ਕ੍ਰਾਸਿੰਗ ਲਈ ਬੜੀ ਤੇਜ਼ੀ ਨਾਲ ਸਭ ਤੋਂ ਵਿਅਸਤ ਗਲਿਆਰਾ ਬਣਦਾ ਜਾ ਰਿਹਾ। ਅਮਰੀਕਾ ਨੇ ਇਸ ਸਾਲ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਨੇ। ਅਮਰੀਕਾ ਜਾ ਕੇ ਪੜ੍ਹਾਈ ਕਰਨ ਲਈ ਜ਼ਰੂਰੀ US ਵੀਜ਼ਾ ਪਾਉਣ ਵਾਲਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਦਾ ਵੀਜ਼ਾ ਹਾਸਲ ਕਰਨ ਵਿੱਚ ਚੀਨ ਹੁਣ ਦੂਜੇ ਨੰਬਰ ਤੇ ਖਿਸਕ ਗਿਆ ਹੈ। ਸਾਲ 2022 ਵਿੱਚ ਅਮਰੀਕਾ ਨੇ 82,000 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਇਹ ਸੰਖਿਆ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਅਮਰੀਕੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਘਰ ਅਤੇ ਚੇਨਈ, ਹੈਦਰਾਬਾਦ, ਕੋਲਕਾਤਾ ਤੇ ਬੰਬਈ ਵਿੱਚ ਕੌਂਸਲੇਟ ਮਈ ਤੋਂ ਅਗਸਤ ਤੱਕ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦਿੱਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਯੋਗ ਵਿਦਿਆਰਥੀ ਆਪਣੇ ਅਧਿਐਨ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰ ਸਕਣ। ਭਾਰਤ ਵਿੱਚ ਸਭ ਤੋਂ ਸੀਨੀਅਰ ਅਮਰੀਕੀ ਡਿਪਲੋਮੈਟ ਪੈਟਰੀਸ਼ੀਆ ਲਾਸੀਨਾ ਨੇ ਕਿਹਾ ਕਿ ਅਸੀਂ ਇਸ ਗਰਮੀਆਂ ਵਿੱਚ ਹੀ 82,000 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵੀਜ਼ੇ ਨਹੀਂ ਦਿੱਤੇ ਗਏ। ਇਹ ਦਰਸਾਉਂਦਾ ਹੈ ਕਿ ਅੱਜ ਵੀ ਅਮਰੀਕਾ ਜ਼ਿਆਦਾਤਰ ਭਾਰਤੀ ਪਰਿਵਾਰਾਂ ਲਈ ਉੱਚ ਸਿੱਖਿਆ ਦੇ ਮਾਮਲੇ ਵਿੱਚ ਨੰਬਰ 1 ਦੇਸ਼ ਹੈ। ਉਹਨਾਂ ਨੇ ਕਿਹਾ, ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ COVID-19 ਮਹਾਮਾਰੀ ਕਾਰਨ ਪਿਛਲੇ ਸਾਲਾਂ ਵਿੱਚ ਹੋਈ ਦੇਰੀ ਤੋਂ ਬਾਅਦ ਇੰਨੇ ਸਾਰੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਅਤੇ ਆਪਣੀਆਂ ਯੂਨੀਵਰਸਿਟੀਜ਼ ਵਿੱਚ ਪਹੁੰਚਣ ਦੇ ਯੋਗ ਹੋਏ ਨੇ। ਉਹਨਾਂ ਨੇ ਅੱਗੇ ਵੀ ਕਿਹਾ ਹੈ ਕਿ ਇਹ ਭਾਰਤੀ ਵਿਦਿਆਰਥੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਉਜਾਗਰ ਕਰਦਾ ਹੈ। ਇਹ ਵਿਦਿਆਰਥੀ ਅੰਤਰਰਾਸ਼ਟਰੀ ਭਾਈਵਾਲੀ ਨੂੰ ਕਾਇਮ ਰੱਖਣ ਅਤੇ ਵਿਕਸਿਤ ਕਰਨ ਦੇ ਲਈ ਅਮਰੀਕੀ ਸਾਥੀਆਂ ਨਾਲ ਉਮਰ ਭਰ ਦੇ ਰਿਸ਼ਤੇ ਬਣਾਉਂਦੇ ਨੇ। ਇਸ ਦੇ ਨਾਲ ਹੀ ਇੱਕ ਹੋਰ ਅਧਿਕਾਰੀ ਡੌਨ ਹੈਫਲਿਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਗਤੀਸ਼ੀਲਤਾ ਅਮਰੀਕਾ ਦੀ ਕੂਟਨੀਤੀ ਦਾ ਕੇਂਦਰ ਨੇ ਅਤੇ ਇਸ ਵਿੱਚ ਭਾਰਤ ਨਾਲੋਂ ਕਿਤੇ ਵੱਧ ਵਿਦਿਆਰਥੀਆਂ ਦਾ ਯੋਗਦਾਨ ਨਹੀਂ ਹੈ। ਅਮਰੀਕਾ ਵਿੱਚ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 20% ਭਾਰਤ ਤੋਂ ਨੇ। 2021 ਵਿੱਚ ਜਾਰੀ ਕੀਤੀ ਓਪਨ ਡੋਰ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ 2020-21 ਅਕਾਦਮਿਕ ਸਾਲ ਦੌਰਾਨ ਭਾਰਤ ਤੋਂ 1,67,582 ਵਿਦਿਆਰਥੀ ਅਮਰੀਕਾ ਵਿੱਚ ਸਨ। ਕੋਰੋਨਾ ਮਹਾਮਾਰੀ ਦੌਰਾਨ ਵੀ ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਮਰੀਕੀ ਸਰਕਾਰ ਅਤੇ ਉੱਚ ਸਿੱਖਿਆ ਸੰਸਥਾਵਾਂ ਨੇ ਸਾਲ 2020 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਈ ਮਹੱਤਵਪੂਰਨ ਉਪਾਅ ਲਾਗੂ ਕੀਤੇ ਸਨ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ 'ਚ
2 ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ 1 ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਵਾਲੀ ਹੈ। ਏਅਰ ਇੰਡੀਆ ਦੀ ਵੈਬਸਾਈਟ ਦੇ ਮੁਤਾਬਕ ਅੰਮ੍ਰਿਤਸਰ ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ, ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ 'ਚ ਹਫ਼ਤੇ 'ਚ 2 ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ। ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ, ਜਦੋਂ ਕਿ ਅਕਤੂਬਰ ਮਹੀਨੇ ਲਈ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 12:45 ਤੇ ਉਡਾਣ ਭਰੇਗੀ ਅਤੇ 9 ਘੰਟੇ 'ਚ ਬਰਮਿੰਘਮ ਪਹੁੰਚੇਗੀ। ਇਸ ਦੇ ਨਾਲ ਹੀ ਬਰਮਿੰਘਮ ਤੋਂ ਇਹ ਫਲਾਈਟ ਰਾਤ 8:30 ਵਜੇ ਟੇਕ ਆਫ ਕਰੇਗੀ ਅਤੇ 8:10 ਤੇ ਅੰਮ੍ਰਿਤਸਰ ਪਹੁੰਚ ਜਾਏਗੀ। ਇਸ ਨਵੀਂ ਉਡਾਣ ਸ਼ੁਰੂ ਹੋਣ ਦਾ ਸਿੱਧਾ ਲਾਭ ਯਾਤਰੀਆਂ ਨੂੰ ਮਿਲਣ ਵਾਲਾ ਹੈ। ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀ ਫਲਾਈਟ ਲਈ ਯਾਤਰੀਆਂ ਨੂੰ 1 ਤੋਂ 1.5 ਲੱਖ ਰੁਪਏ ਦੇਣੇ ਪੈਂਦੇ ਸੀ, ਪਰ ਅਕਤੂਬਰ ਮਹੀਨੇ 'ਚ ਸ਼ੁਰੂ ਹੋਣ ਵਾਲੀ ਫਲਾਈਟ ਲਈ ਹੁਣ ਯਾਤਰੀ 51,000 ਰੁਪਏ ਵਿੱਚ ਵੀ ਬੁਕਿੰਗ ਕਰਵਾ ਸਕਦੇ ਨੇ। ਫਿਲਹਾਲ ਏਅਰ ਇੰਡੀਆ ਇਸ ਫਲਾਈਟ ਦੀ ਬੁਕਿੰਗ ਕੇਵਲ ਅਕਤੂਬਰ ਮਹੀਨੇ ਲਈ ਹੀ ਕਰ ਰਹੀ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਦੇ ਹਵਾਈ ਮੁਸਾਫਰਾਂ ਲਈ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ, ਜਿਨ੍ਹਾਂ ਤਹਿਤ ਫਲਾਈਟ ਰੱਦ ਹੋਣ ਦੀ ਸੂਰਤ ਵਿੱਚ ਉਹ ਨਗਦ ਮੁਆਵਜ਼ੇ ਦੇ ਹੱਕਦਾਰ ਹੋਣਗੇ। ਪਿਛਲੇ ਸਮੇਂ ਦੌਰਾਨ 에ਅਰਲਾਈਨਸ ਵੱਲੋਂ ਫਲਾਈਟਸ ਰੱਦ ਹੋਣ ਦਾ ਕਾਰਨ ਹੱਥ ਵੱਸ ਨਾ ਹੋਣ ਦਾ ਬਹਾਨਾ ਬਣਾ ਕੇ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਕੈਨੇਡੀਅਨ ਟਰਾਂਸਪੋਰਟ ਏਜੰਸੀ ਵੱਲੋਂ ਚੋਰ ਮੋਰੀਆਂ ਬੰਦ ਕਰਨ ਦੇ ਉਪਰਾਲੇ ਤਹਿਤ ਹਵਾਈ ਮੁਸਾਫਰਾਂ ਦੇ ਹਿੱਤਾਂ ਵਾਲੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ, ਕਿਉਂਕਿ 에ਅਰਲਾਈਨਸ ਵੱਲੋਂ ਫਲਾਈਟਸ ਰੱਦ ਹੋਣ ਤੇ ਰਿਫੰਡ ਨਾ ਦੇਣ ਦੀਆਂ ਸ਼ਿਕਾਇਤਾਂ ਬਹੁਤ ਵੱਧ ਚੁੱਕੀਆਂ ਸਨ। ਪੁਰਾਣੇ ਨਿਯਮਾਂ ਦੇ ਤਹਿਤ 에ਅਰਲਾਈਨਸ ਉਹਨਾਂ ਮਾਮਲਿਆਂ ਵਿੱਚ ਰਿਫੰਡ ਦੇਣ ਵਾਸਤੇ ਪਾਬੰਦ ਨਹੀਂ ਸਨ ਜੋ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ। ਮਿਸਾਲ ਦੇ ਤੌਰ ਤੇ ਮੌਸਮ ਦੀ ਖਰਾਬੀ ਜਾਂ ਹਵਾਈ ਜਹਾਜ਼ ਦਾ ਕੋਈ ਮਕੈਨੀਕਲ ਮਸਲਾ ਖੜਾ ਹੋਣਾ ਹੱਥ ਵੱਸ ਤੋਂ ਬਾਹਰ ਮੰਨਿਆ ਜਾਂਦਾ ਸੀ, ਪਰ ਹੁਣ ਫਲਾਈਟ ਰੱਦ ਹੋਣ ਦੀ ਸੂਰਤ ਵਿੱਚ 48 ਘੰਟੇ ਦੇ ਅੰਦਰ ਨਵੀਂ ਫਲਾਈਟ ਵਿੱਚ ਸੀਟ ਨਾ ਮਿਲਣ ਦੀ ਸੂਰਤ ਵਿੱਚ 에ਅਰਲਾਈਨਸ ਨੂੰ ਨਗਦ ਮੁਆਵਜ਼ਾ ਦੇਣਾ ਹੋਏਗਾ। ਨਗਦ ਰਿਫੰਡ ਤੋਂ ਇਲਾਵਾ ਟਿਕਟ ਦੀ ਕੀਮਤ ਵਾਊਚਰ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ, ਪਰ 에ਅਰਲਾਈਨ ਵਾਸਤੇ ਲਾਜ਼ਮੀ ਹੋਏਗਾ ਕਿ 30 ਦਿਨ ਦੇ ਅੰਦਰ ਮੁਕੰਮਲ ਅਦਾਇਗੀ ਕਰ ਦਿੱਤੀ ਜਾਵੇ। ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਰਹਿ ਰਹੇ ਤਕਰੀਬਨ 5 ਲੱਖ ਪ੍ਰਵਾਸੀਆਂ ਲਈ ਜਸ਼ਨ ਮਨਾਉਣ ਦਾ ਸਮਾਂ ਆ ਗਿਆ। ਜੀ ਹਾਂ, ਟਰੂਡੋ ਸਰਕਾਰ ਇਹਨਾਂ ਨੂੰ ਪੱਕਾ ਕਰਨ ਦੀ ਯੋਜਨਾ ਲਿਆ ਰਹੀ ਹੈ ਤਾਂ ਕਿ ਆਰਥਿਕ ਗੁਲਾਮੀ ਦੀਆਂ ਜੰਜੀਰਾਂ ਵਿੱਚੋਂ ਆਜ਼ਾਦ ਕਰਵਾਇਆ ਜਾ ਸਕੇ। ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਜ਼ਿਆਦਾਤਰ ਪ੍ਰਵਾਸੀ ਖੇਤਾਂ ਵਿੱਚ ਕੰਮ ਕਰਦੇ ਨੇ ਜਾਂ ਕੰਸਟਰਕਸ਼ਨ, ਕੇਅਰ ਗਿਵਿੰਗ ਔਰ ਕਲੀਨਿੰਗ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨਿਗੁਣੀ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਨੇ। ਟੋਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ ਅਜਿਹੇ ਪ੍ਰਵਾਸੀਆਂ ਦਾ ਕੇਵਲ ਆਰਥਿਕ ਸ਼ੋਸ਼ਣ ਹੀ ਨਹੀਂ ਹੋ ਰਿਹਾ, ਸਗੋਂ ਮਾਨਸਿਕ ਤਸੀਹੇ ਵੀ ਬਰਦਾਸ਼ਤ ਕਰਨੇ ਪੈਂਦੇ ਨੇ। ਗੱਲ-ਗੱਲ ਤੇ ਇਹਨਾਂ ਨੂੰ ਇਮੀਗ੍ਰੇਸ਼ਨ ਅਫਸਰਾਂ ਦੇ ਕੋਲ ਫੜਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਬੇਦਰ-ਬੱਤਰ ਹਾਲਾਤਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ। ਪਿਛਲੇ ਦਿਨੀ ਉਹਨਾਂ ਬੱਚਿਆਂ ਲਈ ਵੱਡੀ ਮੁਸ਼ਕਿਲ ਆ ਰਹੀ ਸੀ ਜਿਨ੍ਹਾਂ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਪਣੀਆਂ ਫਾਈਲਾਂ ਲਗਾਈਆਂ ਸੀ, ਪਰ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਨਹੀਂ ਆ ਰਿਹਾ ਸੀ। ਪਰ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਨੇ ਸਤੰਬਰ ਸੈਸ਼ਨ ਲਈ ਉਹਨਾਂ ਬੱਚਿਆਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਨੇ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਲਈ ਕਾਬਲ ਨੇ। ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਸੀ ਕਿ ਪਤਾ ਲੱਗਾ ਕਿ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ੇ ਬੰਦ ਕਰ ਦਿੱਤੇ ਨੇ, ਜਦੋਂ ਕਿ ਇਸ ਖਬਰ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ। ਜਦੋਂ ਕਿ ਕੈਨੇਡਾ ਸਰਕਾਰ ਵਿਦਿਆਰਥੀਆਂ ਦਾ ਤਾਂ ਹਰ ਸਮੇਂ ਸਤਿਕਾਰ ਕਰਦੀ ਹੈ ਤੇ ਉਹਨਾਂ ਨੂੰ ਮਾਣ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਸਦਕਾ ਕੈਨੇਡਾ ਹਰ ਰੋਜ਼ ਤਰੱਕੀ ਦੇ ਰਾਹ ਤੇ ਜਾ ਰਿਹਾ। ਇਹ ਕਹਿਣਾ ਹੈ ਉੱਥੋਂ ਦੇ ਇਮੀਗ੍ਰੇਸ਼ਨ ਮੰਤਰੀ ਦਾ। ਸੁਨਹਿਰੇ ਭਵਿੱਖ ਦੀ ਆਸ ਵਿੱਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲੌਗ ਹੈ ਜੋ ਇਕੱਲੇ ਭਾਰਤ ਤੋਂ 2022 ਵਿੱਚ 5 ਲੱਖ ਨੂੰ ਪਾਰ ਕਰਨ ਦੀ ਉਮੀਦ ਹੈ। ਇਹਨਾਂ ਨੇ ਇਨਕਾਰ ਦੇ ਦਰ ਨੂੰ ਵੀ ਉੱਚਾ ਕਰ ਦਿੱਤਾ ਹੈ। ਇਹ ਰੁਝਾਨ ਜੋ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇ ਨਾਲ ਉੱਭਰਿਆ ਨੇ ਬਹੁਤ ਸਾਰੇ ਬਿਨੇਕਾਰਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਵਿੱਚ ਉੱਚ ਆਇਲਜ਼ ਸਕੋਰ ਵਾਲੇ ਸ਼ਾਮਲ ਨੇ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਬੀਤੇ ਸਾਲਾਂ 'ਚ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਅਪਲਾਈ ਕੀਤਾ ਗਿਆ, ਪਰ ਇਨਕਾਰ ਦਰ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਿਆ ਹੈ। ਇਹਨਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੀ ਰਹੀ ਹੈ। ਮੌਜੂਦਾ ਦ੍ਰਿਸ਼ ਵਿੱਚ ਵਿਗੜਿਆ ਚਿੱਤਰ ਵੱਖ-ਵੱਖ ਕਾਰਕਾਂ ਦਾ ਨਤੀਜਾ ਹੈ, ਜਿਵੇਂ ਕਿ ਐਪਲੀਕੇਸ਼ਨ ਪ੍ਰੋਸੈਸਿੰਗ ਵਿੱਚ ਇੱਕ ਗੰਭੀਰ ਬੈਕਲੌਗ, ਐਪਲੀਕੇਸ਼ਨਾਂ ਦੀ ਵੱਧ ਰਹੀ ਗਿਣਤੀ ਅਤੇ ਅਸਵੀਕਾਰ ਹੋਣ ਦੀ ਉੱਚ ਦਰ। IRCC ਦੁਆਰਾ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਵਿਭਾਗ ਸਮੇਂ ਸਿਰ ਉਹਨਾਂ ਤੇ ਕਾਰਵਾਈ ਕਰਨ ਦੇ ਯੋਗ ਨਹੀਂ ਰਿਹਾ। ਮਾਹਿਰ ਦੱਸਦੇ ਨੇ ਕਿ ਭਾਰਤ ਤੋਂ ਅਰਜ਼ੀਆਂ ਦਾ ਬੈਕਲੌਗ 2021 ਵਿੱਚ 4 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ ਅਤੇ 2022 ਵਿੱਚ 5 ਲੱਖ ਦੇ ਅੰਕੜੇ ਨੂੰ ਪਾਰ ਕਰਨ ਦੀ ਉਮੀਦ ਵੀ ਹੈ।
ਇਨ੍ਹਾਂ ਅਰਜ਼ੀਆਂ ਵਿੱਚ ਪੰਜਾਬ ਦਾ ਯੋਗਦਾਨ 60 ਤੋਂ 65% ਹੈ। ਆਪਣੇ ਸਾਲਾਨਾ ਟੀਚਿਆਂ ਦੁਆਰਾ ਸੋਧਿਤ IRCC ਕਈ ਅਰਜ਼ੀਆਂ ਨੂੰ ਰੱਦ ਕਰ ਰਿਹਾ ਅਤੇ ਵੱਧ ਰਹੇ ਬੈਕਲੌਗ ਨੂੰ ਜਾਰੀ ਰੱਖਣ ਵਿੱਚ ਅਸਮਰਥ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਸਾਲ 2022 ਦੌਰਾਨ 4,31,000 ਵਿਦੇਸ਼ੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਵਸਣ ਦਾ ਮੌਕਾ ਦੇਣ ਦਾ ਟੀਚਾ ਪੂਰਾ ਕਰ ਲਿਆ ਜਾਏਗਾ। ਪਤਾ ਲੱਗਿਆ ਹੈ ਕਿ ਬੀਤੀ 1 ਜਨਵਰੀ ਤੋਂ 31 ਅਗਸਤ ਤੱਕ 3 ਲੱਖ ਤੋਂ ਵੱਧ ਵਿਦੇਸ਼ੀ ਕੈਨੇਡਾ ਪੁੱਜ ਚੁੱਕੇ ਨੇ। ਇਹ ਵੀ ਕਿ ਭਾਰਤ ਦੇ ਲੋਕਾਂ 'ਚ ਕੈਨੇਡਾ ਜਾ ਕੇ ਰਹਿਣ ਦੀ ਖਿੱਚ ਬਰਕਰਾਰ ਹੈ ਅਤੇ ਮੌਜੂਦਾ ਦੌਰ ਵਿੱਚ ਵਿਦੇਸ਼ਾਂ ਤੋਂ ਸਭ ਤੋਂ ਵੱਧ ਭਾਰਤੀ ਨਾਗਰਿਕ ਕੈਨੇਡਾ 'ਚ ਰਹਿਣ ਵਾਸਤੇ ਪਹੁੰਚ ਰਹੇ ਨੇ। ਇਸ ਸਾਲ 30 ਜੂਨ ਤੱਕ 6,82,080 ਭਾਰਤੀ ਕੈਨੇਡਾ 'ਚ ਪੱਕੇ ਹੋਏ ਨੇ। ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਵਿਦੇਸ਼ੀਆਂ 'ਚ ਲਗਭਗ 1/3 ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਕੈਨੇਡਾ 'ਚ 2017 ਤੋਂ ਭਾਰਤੀ ਨਾਗਰਿਕਾਂ ਦੇ ਵਸੇਵੇ 'ਚ ਤੇਜ਼ੀ ਬਣੀ ਹੋਈ ਹੈ। ਪੰਜਾਬ ਤੋਂ ਬਾਅਦ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਅਤੇ ਯੂਪੀ ਆਦਿ ਰਾਜਾਂ ਤੋਂ ਲੋਕ ਕੈਨੇਡਾ 'ਚ ਰਹਿਣ ਲਈ ਵੱਧ ਦਿਲਚਸਪੀ ਲੈ ਰਹੇ ਨੇ। ਇੱਕ ਅੰਦਾਜ਼ੇ ਦੇ ਅਨੁਸਾਰ ਰੋਜ਼ਾਨਾ 1000 ਤੋਂ ਵੱਧ ਵਿਦੇਸ਼ੀਆਂ ਨੂੰ ਕੈਨੇਡਾ 'ਚ ਪੱਕੇ ਕੀਤਾ ਜਾਂਦਾ ਹੈ। ਉਹ ਆਪਣੇ ਦੇਸ਼ਾਂ ਤੋਂ ਪੱਕਾ ਵੀਜ਼ਾ ਲੈ ਕੇ ਕੈਨੇਡਾ 'ਚ ਪਹੁੰਚਦੇ ਨੇ। ਬੀਤੇ ਸਾਰੇ ਸਾਲਾਂ ਦੌਰਾਨ 4,53,130 ਵਿਦੇਸ਼ੀ ਨਾਗਰਿਕ ਕੈਨੇਡਾ 'ਚ ਪੱਕੇ ਤੌਰ ਤੇ ਰਹਿਣ ਲਈ ਪੁੱਜੇ ਨੇ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਉਹਨਾਂ ਲੋਕਾਂ ਦੀ ਰਹੀ ਜੋ ਕਿਸੇ ਆਰਜ਼ੀ ਵੀਜ਼ਾ ਨਾਲ ਕੈਨੇਡਾ ਗਏ ਤੇ ਕੈਨੇਡੀਅਨ ਤਜਰਬਾ ਕਲਾਸ ਤਹਿਤ ਪੱਕੇ ਹੋ ਸਕੇ। ਭਾਰਤ ਦੇ ਮੁਕਾਬਲੇ ਹੋਰ ਸਾਰੇ ਦੇਸ਼ਾਂ ਤੋਂ ਕੈਨੇਡਾ 'ਚ ਰਹਿਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਸੀਮਿਤ ਰਹਿ ਰਹੀ ਹੈ। चीन तो इस साल दौरान 25,000 तो भी घट लोग पक्के हुए ने और फिलिपाइन, अफगानिस्तान, नाइजीरिया, ईरान, फ्रांस, अमेरिका, पाकिस्तान ते ब्राज़ील तो लोग कनेडा नूं प्रवास करते हैं। उन्हां दी गिणती भारत के मुकाबले निगुणी है। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਇਸ ਸਾਲ ਭਾਵ 2022 ਵਿੱਚ 4,31,000 ਪ੍ਰਵਾਸੀਆਂ ਨੂੰ PR ਦੇਣ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ। ਇਸ ਦੇ ਚਲਦਿਆਂ 22 ਅਗਸਤ ਤੱਕ 3 ਲੱਖ ਨਵੇਂ ਪ੍ਰਵਾਸੀ ਪੱਕੇ ਹੋ ਚੁੱਕੇ ਨੇ। ਕੈਨੇਡਾ ਭਾਰਤੀਆਂ ਦੀ ਸਭ ਤੋਂ ਵੱਧ ਪਸੰਦ ਹੈ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ। ਇਸ ਦੇ ਚਲਦਿਆਂ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ 68,280 ਭਾਰਤੀਆਂ ਨੇ PR ਹਾਸਲ ਕਰ ਲਈ ਹੈ। ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਨਵੇਂ ਪ੍ਰਵਾਸੀਆਂ ਨੂੰ PR ਦੇਣ ਦੇ ਮਾਮਲੇ ਵਿੱਚ ਹੋਰਨਾਂ ਸਾਲਾਂ ਦੇ ਮੁਕਾਬਲੇ ਇਸ ਸਾਲ 3 ਲੱਖ ਦਾ ਅੰਕੜਾ ਪਾਰ ਹੋ ਚੁੱਕਿਆ ਹੈ। ਆਸਟ੍ਰੇਲੀਆ ਵਿੱਚ ਕਾਰੋਬਾਰ ਜ਼ਰੀਏ ਇਮੀਗ੍ਰੇਸ਼ਨ ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਕੋਈ ਵੀ ਵਿਅਕਤੀ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਦੇ ਦੁਆਰਾ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਦੇ ਯੋਗ ਹੋਏਗਾ। ਇਹ ਪ੍ਰੋਗਰਾਮ 8 ਸਤੰਬਰ 2022 ਤੋਂ ਉਪਲਬਧ ਹੋ ਗਿਆ ਔਰ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਦੱਖਣੀ ਆਸਟ੍ਰੇਲੀਆ ਨੂੰ ਆਸਟ੍ਰੇਲੀਆਈ ਸਰਕਾਰ ਤੇ ਗ੍ਰਹਿ ਮਾਮਲਿਆਂ ਦੇ ਵਿਭਾਗ ਤੋਂ 70 ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਨਾਮਜ਼ਦਗੀ ਸਥਾਨਾਂ ਦੀ ਅੰਤਰਿਮ ਅਲਾਟਮੈਂਟ ਪ੍ਰਾਪਤ ਹੋਈ ਹੈ ਅਤੇ ਵੀਰਵਾਰ 8 ਸਤੰਬਰ 2022 ਨੂੰ ਰਾਜ ਦੁਆਰਾ ਨਾਮਜ਼ਦ BIIP ਪ੍ਰੋਗਰਾਮ ਦੀ ਸ਼ੁਰੂਆਤ ਕਰੇਗਾ। ਆਸਟ੍ਰੇਲੀਅਨ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਵਾਸੀਆਂ ਲਈ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਇਸ ਸਾਲ 8 ਸਤੰਬਰ ਨੂੰ ਖੁੱਲ੍ਹੇਗਾ। ਇਹ ਘੋਸ਼ਣਾ ਇਹਨਾਂ ਨੇ ਪਿਛਲੇ ਹਫ਼ਤੇ ਕੀਤੀ ਸੀ। ਆਸਟ੍ਰੇਲੀਆਈ ਸਰਕਾਰ ਨੇ ਕੁੱਲ 70 ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਨਾਮਜ਼ਦਗੀ ਸਥਾਨਾਂ ਦਾ ਐਲਾਨ ਕੀਤਾ। ਆਸਟ੍ਰੇਲੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਉੱਚ ਗੁਣਵੱਤਾ ਵਾਲੇ ਕਾਰੋਬਾਰੀ, ਨਿਵੇਸ਼ਕ ਅਤੇ ਉਦਮੀ ਇਸ ਵਿੱਚ ਨਿਵੇਸ਼ ਕਰ ਸਕਦੇ ਨੇ। ਨਿਵੇਸ਼ ਦੀ ਨਾਮਜ਼ਦਗੀ ਨੂੰ ਯਕੀਨੀ ਬਣਾਉਣ ਦੇ ਲਈ ਕੁਝ ਨਿਯਮ ਬਣਾਏ ਗਏ ਨੇ। ਵਿਨੇਕਾਰ ਨੂੰ ਵਿਚਾਰ ਲਈ ਅਪਲਾਈ ਕਰਨ ਦਾ ਇਰਾਦਾ ਜਮ੍ਹਾਂ ਕਰਵਾਉਣ ਦੀ ਲੋੜ ਹੋਏਗੀ, ਯਾਨੀ ਕਿ ITA। ਉੱਚ ਗੁਣਵੱਤਾ ਵਾਲੇ ਬਿਨੇਕਾਰ ਲਈ ITA ਜੋ ਦੱਖਣੀ ਆਸਟ੍ਰੇਲੀਆ ਵਿੱਚ ਅਸਲੀ ਅਤੇ ਟਿਕਾਊ ਵਪਾਰਕ ਮੌਕੇ ਪੈਦਾ ਕਰ ਸਕਦੇ ਨੇ ਨੂੰ ਰਾਜ ਦੇ ਨਾਮਜ਼ਦਗੀ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾ ਸਕਦਾ ਹੈ। ਸਬ ਕਲਾਸ 188B ਅਤੇ ਸਬ ਕਲਾਸ 188C ਲਈ ਉਮੀਦਵਾਰਾਂ ਦੀਆਂ ਅਰਜ਼ੀਆਂ ਦਾ ਮੁਲਾਂਕਣ ਹਰੇਕ ਐਪਲੀਕੇਸ਼ਨ ਨੂੰ ਇਸ ਦੇ ਗੁਣਾਂ ਅਤੇ ਦੱਖਣੀ ਆਸਟ੍ਰੇਲੀਆ ਲਈ ਵਿਆਪਕ ਲਾਭ ਤੇ ਵਿਚਾਰ ਕਰਕੇ ਕੀਤਾ ਜਾਏਗਾ। ਇਸ ਧਾਰਾ ਦੇ ਅਧੀਨ ਬਿਨੇਕਾਰਾਂ ਨੂੰ ਰਾਜ ਦੀ ਨਾਮਜ਼ਦਗੀ ਦੀ ਅਰਜ਼ੀ ਦਾਇਰ ਕਰਨ ਤੋਂ ਪਹਿਲਾਂ ਇੱਕ ਪ੍ਰਵਾਨਿਤ ਸੇਵਾ ਪ੍ਰਦਾਤਾ ਦੇ ਸਮਰਥਨ ਦੀ ਲੋੜ ਹੋਏਗੀ। ਅਧਿਕਾਰੀਆਂ ਨੇ ਮਾਈਗ੍ਰੇਸ਼ਨ ਪੇਸ਼ੇਵਰਾਂ ਲਈ 9 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਤੋਂ 1 ਵਜੇ ਤੱਕ ਵੈਬੀਨਾਰ ਦਾ ਪ੍ਰਬੰਧ ਵੀ ਕੀਤਾ ਸੀ। ਉਹਨਾਂ तमाम ਮੁਰਝਾਏ ਚਿਹਰਿਆਂ ਤੇ ਪਲਾਂ 'ਚ ਲਾਲੀ ਛਾ ਗਈ ਜਿਹੜੇ ਪੰਜਾਬ ਵਿੱਚ BFS ਗਲੋਬਲ ਜਲੰਧਰ ਦੇ ਦਫ਼ਤਰ ਤੇ ਚੰਡੀਗੜ੍ਹ ਦੇ ਦਫ਼ਤਰ ਬੰਦ ਹੋਣ ਕਾਰਨ ਅਖੌਤੀ ਠੱਗ ਟਰੈਵਲ ਏਜੰਟਾਂ ਤੋਂ ਇਟਲੀ ਐਮਬੈਸੀ ਦਿੱਲੀ ਵਿੱਚ ਇਟਲੀ ਦਾ ਵੀਜ਼ਾ ਲੈਣ ਲਈ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਸਨ। ਕਈ ਨੌਜਵਾਨ ਬੇਵਸੀ ਵਿੱਚ ਇਹਨਾਂ ਏਜੰਟਾਂ ਕੋਲ ਹਜ਼ਾਰਾਂ ਰੁਪਏ ਦੇ ਕੇ ਵੀ ਧੱਕੇ ਖਾ ਰਹੇ ਸੀ ਤੇ ਇਹ ਠੱਗ ਏਜੰਟ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇਣ ਦੇ ਹੋਰ ਕੁਝ ਨਹੀਂ ਕਰ ਸਕੇ। ਜਦੋਂ ਉਹਨਾਂ ਨੌਜਵਾਨਾਂ ਨੇ ਇਹ ਖਬਰ ਪੜ੍ਹੀ ਕਿ ਪਿਛਲੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ BFS ਗਲੋਬਲ ਦਫ਼ਤਰ
5 ਸਤੰਬਰ ਤੋਂ ਖੁੱਲ ਗਿਆ, ਜਿਨ੍ਹਾਂ ਰਾਹੀਂ ਬਿਨੇਕਾਰ ਇਟਲੀ ਦੇ ਵੀਜ਼ੇ ਲਈ ਅਰਜ਼ੀਆਂ ਇਹਨਾਂ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਨੇ। ਇਹ ਮਹੱਤਵਪੂਰਨ ਜਾਣਕਾਰੀ BFS ਗਲੋਬਲ ਵੱਲੋਂ ਆਪਣੀ ਵੈਬਸਾਈਟ ਰਾਹੀਂ ਨਸ਼ਰ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹਨਾਂ ਦਫ਼ਤਰਾਂ ਦੇ ਬੰਦ ਹੋਣ ਨਾਲ ਉਹਨਾਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਸੀ ਜਿਨ੍ਹਾਂ ਨੇ ਇਟਲੀ ਕੰਮ ਕਰਨ ਜਾਂ ਪਰਿਵਾਰ ਕੋਲ ਜਾਣਾ ਸੀ। ਦਿੱਲੀ ਵਿੱਚ ਸਥਿਤ ਇਟਲੀ ਐਮਬੈਸੀ ਬਿਨੇਕਰਤਾ ਨੂੰ ਸੌਖੇ ਢੰਗ ਨਾਲ ਪੇਪਰ ਜਮ੍ਹਾਂ ਕਰਵਾਉਣ ਦਾ ਸਮਾਂ ਨਹੀਂ ਦੇ ਰਹੀ, ਜਿਸ ਕਾਰਨ ਕੁਝ ਖੌਟੀ ਠੱਗ ਏਜੰਟਾਂ ਨੇ ਇਟਲੀ ਐਮਬੈਸੀ ਦਿੱਲੀ ਵਿੱਚ ਪੇਪਰ ਜਮ੍ਹਾਂ ਕਰਵਾਉਣ ਦੀ ਤਾਰੀਖ ਨੂੰ ਲੈ ਕੇ ਦੇਣ ਲਈ ਮਜਬੂਰ ਲੋਕਾਂ ਨੂੰ ਦੋਵੇਂ ਹੱਥੀਂ ਰੱਜ ਕੇ ਲੁੱਟਿਆ ਤੇ ਸੈਂਕੜਿਆਂ 'ਚ ਮਿਲਣ ਵਾਲੀ ਪੇਪਰ ਜਮ੍ਹਾਂ ਕਰਵਾਉਣ ਵਾਲੀ ਤਾਰੀਖ ਦੀ ਲੱਖ ਤੋਂ ਉੱਪਰ ਨਿਲਾਮੀ ਕੀਤੀ। ਪਰ ਸਿਆਣਿਆਂ ਦਾ ਕਿਹਾ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਵਾਂਗ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਖੁੱਲਣ ਨਾਲ ਹੁਣ ਇਸ ਗੋਰਖ ਧੰਦੇ ਨੂੰ ਠੱਲ ਪੈਗੀ। ਕੁਝ ਨੌਜਵਾਨ ਤਾਂ ਠੱਗ ਏਜੰਟਾਂ ਖਿਲਾਫ ਕੇਸ ਦਰਜ ਨੂੰ ਵੀ ਗਰਮ ਹੋਏ ਦੇਖੇ ਗਏ। ਸਵਿਟਜ਼ਰਲੈਂਡ ਦੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਹਾਈਵੇ ਤੇ ਟ੍ਰੈਫਿਕ ਚੈਕਿੰਗ ਦੌਰਾਨ ਉਹਨਾਂ ਨੂੰ ਇੱਕ ਡਿਲੀਵਰੀ ਵੈਨ ਵਿੱਚ ਲਿਜਾਏ ਜਾ ਰਹੇ 23 ਪ੍ਰਵਾਸੀ ਮਿਲੇ ਨੇ, ਜਿਨ੍ਹਾਂ ਵਿੱਚ ਕਈ ਭਾਰਤੀ ਵੀ ਨੇ। ਪੁਲਿਸ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਪ੍ਰਵਾਸੀਆਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੈ ਅਤੇ ਉਹ ਅਫਗਾਨਿਸਤਾਨ, ਭਾਰਤ, ਸੀਰੀਆ ਤੇ ਬੰਗਲਾਦੇਸ਼ ਤੋਂ ਨੇ। ਨਿਡਵਾਲਡੇਨ ਕੈਂਟਨ ਦੀ ਪੁਲਿਸ ਨੇ ਕਿਹਾ ਕਿ ਇਤਾਲਵੀ ਰਜਿਸਟ੍ਰੇਸ਼ਨ ਨੰਬਰ ਵਾਲੇ ਇੱਕ ਵਾਹਨ ਨੂੰ ਸੋਮਵਾਰ ਸਵੇਰੇ ਕੇਂਦਰੀ ਸ਼ਹਿਰ ਲੂਸਰਨ ਦੇ ਨੇੜੇ ਬਾਊਚਸ ਵਿੱਚ A2 ਹਾਈਵੇ ਤੇ ਉੱਤਰ ਵੱਲ ਜਾਂਦੇ ਸਮੇਂ ਰੋਕਿਆ ਗਿਆ। ਅਧਿਕਾਰੀਆਂ ਨੇ ਦੇਖਿਆ ਕਿ ਵੈਨ ਵਿੱਚ ਮਾਲ ਰੱਖਣ ਵਾਲੀ ਜਗ੍ਹਾ 'ਚ ਪ੍ਰਵਾਸੀਆਂ ਨੂੰ ਖੜੇ ਕੀਤਾ ਹੋਇਆ ਸੀ ਅਤੇ ਕੋਈ ਖਿੜਕੀ ਵੀ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਵੈਨ ਕਈ ਘੰਟਿਆਂ ਤੱਕ ਬਿਨਾਂ ਰੁਕੇ ਚੱਲ ਰਹੀ ਸੀ। ਪੁਲਿਸ ਦੇ ਮੁਤਾਬਕ ਪ੍ਰਵਾਸੀ ਸਵਿਟਜ਼ਰਲੈਂਡ ਤੋਂ ਬਾਹਰ ਯੂਰਪੀ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ। ਪੁਲਿਸ ਨੇ ਦੱਸਿਆ ਕਿ ਵੈਨ ਦਾ ਡਰਾਈਵਰ ਗਾਂਬੀਆ ਦਾ ਰਹਿਣ ਵਾਲਾ 27 ਸਾਲਾ ਵਿਅਕਤੀ ਹੈ ਜੋ ਇਟਲੀ ਵਿੱਚ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਉਸ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸਿਵਲ 에ਅਰਪੋਰਟ ਆਦਮਪੁਰ ਦੇ ਨਵੇਂ ਟਰਮੀਨਲ ਦੇ ਚਾਲੂ ਹੁੰਦੇ ਹੀ ਹਾਲ ਹੀ ਵਿੱਚ ਟਾਟਾ ਗਰੁੱਪ ਵੱਲੋਂ ਐਕਵਾਇਰ ਕੀਤੀ ਗਈ 에ਅਰ ਇੰਡੀਆ ਆਦਮਪੁਰ ਦਿੱਲੀ ਸੈਕਟਰ ਵਿੱਚ ਫਲਾਈਟਾਂ ਦਾ ਸੰਚਾਲਨ ਸ਼ੁਰੂ ਕਰ ਸਕਦੀ ਹੈ। 에ਅਰ ਇੰਡੀਆ ਦੇ ਅਧਿਕਾਰੀਆਂ ਵੱਲੋਂ ਆਦਮਪੁਰ ਵਿੱਚ ਮੁਹੱਈਆ ਸਹੂਲਤਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਿਵਲ 에ਅਰਪੋਰਟ ਆਦਮਪੁਰ ਵਿੱਚ ਬੀਤੇ ਲਗਭਗ 2.5 ਸਾਲਾਂ ਤੋਂ ਯਾਤਰੀ ਫਲਾਈਟਾਂ ਦਾ ਰੈਗੂਲਰ ਤੌਰ ਤੇ ਸੰਚਾਲਨ ਨਹੀਂ ਹੋ ਸਕਿਆ। ਸਾਲ 2018 ਤੋਂ ਲੈ ਕੇ 2020 ਤੱਕ ਆਦਮਪੁਰ ਦਿੱਲੀ ਤੋਂ ਇਲਾਵਾ ਆਦਮਪੁਰ ਬੰਬਈ ਤੇ ਆਦਮਪੁਰ ਜੈਪੁਰ ਸੈਕਟਰ ਤੇ ਫਲਾਈਟਾਂ ਦਾ ਸੰਚਾਲਨ ਕਰਨ ਵਾਲੀ ਇੱਕੋ ਇੱਕ ਨਿੱਜੀ 에ਅਰਲਾਈਨ ਸਪਾਈਸ ਜੈਟ ਵੱਲੋਂ ਉਡਾਣਾ ਐਗਰੀਮੈਂਟ ਦੇ 3 ਸਾਲ ਖਤਮ ਹੋਣ ਤੋਂ ਬਾਅਦ ਫਲਾਈਟ ਸ਼ੁਰੂ ਕਰਨ ਵਿੱਚ ਰੁਚੀ ਨਹੀਂ ਦਿਖਾਈ ਜਾ ਰਹੀ। ਇਸ ਕਾਰਨ 에ਅਰਪੋਰਟ ਹੋਣ ਦੇ ਬਾਵਜੂਦ NRIs ਦਾ ਗੜ ਹੋਣ ਦੇ ਬਾਵਜੂਦ ਦੁਆਬਾ ਤੋਂ 에ਅਰ ਕਨੈਕਟੀਵਿਟੀ ਉਪਲਬਧ ਨਹੀਂ ਹੋ ਪਾ ਰਹੀ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਅਗਲੇ ਹਫਤੇ ਮੈਂ ਫਿਰ ਤੋਂ ਦੁਨੀਆ ਦੇ ਬਹੁਤ ਸਾਰੇ ਕੋਨਿਆਂ ਤੋਂ ਇਮੀਗ੍ਰੇਸ਼ਨ ਦੀਆਂ ਖਬਰਾਂ ਲੈ ਕੇ ਹੋਵਾਂਗੀ ਹਾਜ਼ਰ। ਫਿਲਹਾਲ ਬਰਨ ਕੌਰ ਮਾਨ ਨੂੰ ਦਿਓ ਆਗਿਆ ਤੇ ਦੇਖਦੇ ਰਹੋ ਜੀ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।